मुश्किल होया पिया है कि मिल नहीं रहा डोनर कोई, पर कभी ये नहीं सोचा कि असी भी डोनेट करांगे, असी सिर्फ लभ रहे हैं दूजे तो इट्स बहुत इंपॉर्टेंट है कि पहला अपने आप को एजुकेट करना कि कितना लीवर किडनी या कोई भी ऑर्गन ਤੁਹਾਡੇ ਤੋਂ ਵੀ ਦਿੱਤਾ ਜਾ ਸਕਦਾ, ਤੁਸੀਂ ਦੇ ਸਕਦੇ ਹੋ। ਅਸੀਂ ਕਮਿਊਨਿਟੀ ਬਣਾਇਆ ਜੀਵਨ ਦਾ ਅੰਸ਼, ਸਾਡਾ ਇੱਕ ਅੰਸ਼ ਕਿਸੇ ਦੀ ਹੋਰ ਦੀ ਜ਼ਿੰਦਗੀ ਬਣ ਸਕਦਾ ਹੈ। ਸੋ ਦਿਸ ਇਜ਼ ਆਵਰ ਮੋਟੋ। ਕਿ ਕਿਉਂ ਨਾ ਅਸੀਂ ਆਪਣੀ ਬੋਡੀ ਵੀ ਡੋਨੇਟ ਕਰ ਦਈਏ। ਸੋ ਅਸੀਂ ਪੀਜੀਆਈ ਦੇ ਵਿੱਚ ਜਾਂਦੇ ਹਾਂ ਜਾਂ ਕਿਸੇ ਵੀ ਹੋਰ ਇੰਸਟੀਚਿਊਟ 'ਚ ਜਿੱਥੇ ਅਸੀਂ ਬਿਮਾਰ ਹੁੰਦੇ ਹਾਂ ਜਾਂ ਸਾਨੂੰ ਲੋੜ ਪੈਂਦੀ ਹੈ, ਅਸੀਂ ਆਲੇ ਦੁਆਲੇ ਭੱਜਦੇ ਹਾਂ। ਅਤੇ ਜਿਵੇਂ ਮੈਮ ਨੇ ਕਿਹਾ ਕਿ ਕਿਉਂ ਨਾ ਅਸੀਂ ਆਪਣੇ ਤੋਂ ਸ਼ੁਰੂਆਤ ਕਰੀਏ। ਵੱਡਾ ਸਾਡੇ ਲਈ ਅਸੀਂ 2026 'ਚ ਬੈਠੇ ਹਾਂ ਜਿੱਥੇ ਦੁਨੀਆ ਨੇ ਇਹ ਤਰੱਕੀ ਕੀਤੀ ਹੈ ਕਿ ਚੰਦ 'ਤੇ ਚੜ੍ਹ ਕੇ ਦੂਜੇ ਪਾਸੇ ਉਤਰ ਗਈ, ਪਰ ਸਾਨੂੰ ਹਜੇ ਬਲੱਡ ਡੋਨੇਸ਼ਨ ਵੀ ਇੱਦਾਂ ਲੱਗਦਾ ਹੈ ਕਿ ਬਹੁਤ ਵੱਡਾ ਕੰਮ ਕਰ ਰਹੇ ਹਾਂ ਅਸੀਂ। ਡਾਕਟਰ ਸਾਹਿਬ ਨੇ ਮੈਨੂੰ ਬੜੀ ਮਜੂਸੀ ਦੇ ਨਾਲ ਇਹ ਗੱਲ ਦੱਸੀ, ਜਿੰਨੇ ਅਸੀਂ 5-7 ਬੰਦੇ ਬੈਠੇ ਸੀ, ਕਹਿੰਦੇ ਸਾਡੇ ਕੋਲੇ ਪੀਜੀਆਈ 'ਚ ਬਹੁਤ ਜ਼ੋਰ ਲਾ ਕੇ 20 ਬੋਡੀਜ਼ ਡੋਨੇਟ ਹੁੰਦੀਆਂ ਇੱਕ ਸਾਲ ਦੇ ਵਿੱਚ। ਮਤਲਬ ਅੱਜ ਪੀਜੀਆਈ ਚੰਡੀਗੜ੍ਹ ਜਿਹੜੀ ਇੱਕ ਜਗ੍ਹਾ ਹੈ, ਚੰਡੀਗੜ੍ਹ ਦਾ ਜਿਹੜਾ ਖੋਜ ਸੈਂਟਰ ਹੈ ਉਹ ਪੂਰੀ ਦੁਨੀਆ ਦੇ ਵਿੱਚ ਉਹਦਾ ਨਾਂ ਹੈ। ਅਸੀਂ ਉਹ ਦੱਸ ਰਹੇ ਸੀ ਕਿ ਅਸੀਂ ਸਾਡੀ ਇੱਛਾ ਇਹ ਕਿ ਘੱਟੋ ਘੱਟ 200 ਬੋਡੀ ਡੋਨੇਟ ਹੋਣੀ ਚਾਹੀਦੀ ਇੱਕ ਸਾਲ ਦੇ ਵਿੱਚ, ਤਾਂ ਕਿ ਅਸੀਂ ਬੱਚਿਆਂ ਨੂੰ ਉਹਦੇ ਖੋਜ ਕਾਰਜਾਂ ਲਈ ਭੇਜ ਸਕੀਏ। Thank you so much, Ruchi. Thanks to all the media people. Thank you for accepting our invitation. Aj World Organ Donation Day, this is a very special day for all of us because ਅਸੀਂ ਜਦੋਂ ਵੀ ਗੱਲ ਕਰਦੇ ਹਾਂ ਕਮਿਊਨਿਟੀ ਸਰਵਿਸ ਦੀ, ਅਸੀਂ ਹੁਣ ਤੱਕ ਗੱਲ ਕਰਦੇ ਸੀਗੇ ਟਰੀ ਪਲਾਂਟੇਸ਼ਨ ਡਰਾਈਵ ਕਰ ਲਓ, ਬਲੱਡ ਡੋਨੇਸ਼ਨ ਕੈਂਪਸ ਕਰ ਲਓ, ਮੈਡੀਕਲ ਹੈਲਥ ਚੈੱਕਅਪ ਕੈਂਪਸ ਕਰ ਲਓ, ਜਾਂ ਫਿਰ ਤੁਸੀਂ ਕਲੀਨਿਨੈਸ ਡਰਾਈਵਸ ਕਰ ਲਓ, ਪਰ ਆਪਾਂ ਕਦੇ ਵੀ ਕਿਸੇ ਨੇ ਸੋਚਿਆ ਨਹੀਂ ਕਿ ਕਿੰਨਾ ਇੰਪੋਰਟੈਂਟ ਹੈਗਾ ਜਦੋਂ ਕੋਈ ਲੋਕੀ ਬਿਮਾਰੀ ਨਾਲ ਜੂਝ ਰਹੇ ਹੋਣ, ਵਿਚਾਰੇ ਡੈਥ ਬੈੱਡ 'ਤੇ ਪਏ ਹੋਣ, ਅਸੀਂ ਉਹਨਾਂ ਬਾਰੇ ਨਹੀਂ ਸੋਚਦੇ। ਸੋ ਇੱਕ ਖਿਆਲ ਆਇਆ ਬਿਕੋਜ਼ ਮੇਰੇ ਮਦਰ ਖੁਦ ਉਹਨਾਂ ਨੂੰ ਡੂਅਲ ਟ੍ਰਾਂਸਪਲਾਂਟ ਲਈ ਬੋਲ ਦਿੱਤਾ ਸੀਗਾ, ਉਹਨਾਂ ਨੂੰ ਲੀਵਰ ਔਰ ਕਿਡਨੀ ਦੀ ਲੋੜ ਸੀਗੀ। ਲੀਵਰ ਕਿਡਨੀ ਜਦੋਂ ਅਸੀਂ ਲੱਭ ਰਹੇ ਸੀਗੇ, ਅਸੀਂ ਜਦੋਂ ਡਿਸਕਸ਼ਨਸ ਕਰਦੇ ਸੀ ਸਾਰੇ ਭੈਣ ਭਰਾ ਬੈਠ ਕੇ, ਤਾਂ ਬੜਾ ਲੱਗਣਾ ਕਿ ਕਿੰਨਾ ਮੁਸ਼ਕਿਲ ਹੋਇਆ ਪਿਆ ਕਿ ਮਿਲ ਨਹੀਂ ਰਿਹਾ ਡੋਨਰ ਕੋਈ, ਪਰ ਕਦੀ ਇਹ ਨਹੀਂ ਸੋਚਿਆ ਕਿ ਅਸੀਂ ਵੀ ਡੋਨੇਟ ਕਰਾਂਗੇ, ਅਸੀਂ ਸਿਰਫ ਲੱਭ ਰਹੇ ਹਾਂ ਦੂਜੇ ਤੋਂ। ਤਾਂ ਇਟਸ ਬਹੁਤ ਇੰਪੋਰਟੈਂਟ ਹੈ ਕਿ ਪਹਿਲਾਂ ਆਪਣੇ ਆਪ ਨੂੰ ਐਜੂਕੇਟ ਕਰਨਾ ਕਿ ਕਿੰਨਾ ਲੀਵਰ ਕਿਡਨੀ ਜਾਂ ਕੋਈ ਵੀ ਔਰਗਨ ਤੁਹਾਡੇ ਤੋਂ ਵੀ ਦਿੱਤਾ ਜਾ ਸਕਦਾ, ਤੁਸੀਂ ਦੇ ਸਕਦੇ ਆ। ਤਾਂ ਉਸ ਟਾਈਮ ਜਦੋਂ ਅਸੀਂ ਰਿਸਰਚ ਕਰਨੀ ਸ਼ੁਰੂ ਕੀਤੀ, ਐਂ ਲੱਗਿਆ ਕਿ ਮੈਂ ਔਰ ਮੇਰੀ ਸਿਸਟਰ ਦੇ ਸਕਦੇ ਆ, ਆਈ ਕੈਨ ਗਿਵ ਮਾਈ ਲੀਵਰ, ਸਿਸਟਰ ਕੈਨ ਗਿਵ ਮਾਈ ਹਰ ਕਿਡਨੀ। ਪਰ ਦੈਨ ਫਿਰ ਜਦੋਂ ਘਰ 'ਚ ਗੱਲ ਕਰਦੇ ਤਾਂ ਦੇਖੋ ਘਰ ਦੇ ਵੀ ਇਹ ਆਇਰਨੀ ਆ, ਅਸੀਂ ਕਿੰਨੇ ਐਜੂਕੇਟਡ ਆ, ਬਟ ਘਰ ਦੇ ਵਿੱਚ ਵੀ ਉਹ ਕਹਿੰਦੇ ਹੈਗੇ ਨੇ ਕਿ ਨਹੀਂ ਆਪਾਂ ਬਾਹਰੋਂ ਮੰਗ ਲੈਂਦੇ ਹਾਂ, ਤੁਸੀਂ ਨਹੀਂ। ਸੋ ਕਿੰਨੀ ਇਹ ਸੋਚ ਹੈਗੀ ਹੈ। ਤਾਂ ਉਸ ਇੱਕ ਛੋਟੀ ਸੋਚ ਨੇ ਇੱਕ ਖਿਆਲ ਲੈ ਕੇ ਆਂਦਾ ਕਿ ਵਾਈ ਨੋਟ ਵੀ ਸ਼ੁੱਡ ਐਜੂਕੇਟ ਪੀਪਲ ਕਿ ਔਰਗਨ ਡੋਨੇਸ਼ਨਸ ਵਿੱਚ ਆਪਣਾ ਪਾਰਟੀਸਿਪੇਟ ਕਰੋ। ਪਹਿਲਾਂ ਖੁਦ ਸਮਝੋ ਇਹ ਹੈ ਕਿ ਇਟਸ ਨਾਟ ਸਮਥਿੰਗ ਬੈਡ, ਇਟ ਇਜ਼ ਰੀਅਲੀ ਗੁੱਡ। ਬਾਹਰੋਂ ਜੋ ਅਸੀਂ ਕਿਸੇ ਦਾ ਮੰਗਣ ਜਾਂਦੇ ਹਾਂ, ਕਦੀ ਵਾਰ ਅਸੀਂ ਵੀ ਦੇ ਸਕਦੇ ਹਾਂ। ਸੋ ਉੱਥੋਂ ਸ਼ੁਰੂ ਹੋਇਆ ਇੱਕ ਮੂਵਮੈਂਟ। ਇਹ ਸੋਚਿਆ ਮੈਂ ਕਿ ਇਹ ਮੂਵਮੈਂਟ ਸ਼ੁਰੂ ਕੀਤਾ ਜਾਵੇ, ਐਂਡ ਦੈਨ ਜਿਹਦੇ ਨਾਲ ਵੀ ਗੱਲ ਕੀਤੀ, ਸਟੂਡੈਂਟਸ ਨਾਲ ਗੱਲ ਕੀਤੀ, ਆਪਣੇ ਫੈਕਲਟੀ ਨਾਲ ਗੱਲ ਕੀਤੀ, ਸੋਸਾਇਟੀ ਵਿੱਚ ਕਿਸੇ ਨਾਲ ਵੀ ਗੱਲ ਕੀਤੀ, ਐਵਰੀਬਡੀ ਵਾਜ਼ ਸੋ ਹੈਪੀ। ਐਂਡ ਟੁਡੇ ਆਈ ਐਮ ਸੋ ਬਲੈਸਡ ਕਿ ਮੇਰੇ ਨਾਲ ਗੁਰਪ੍ਰੀਤ ਪੰਗੂ ਮੈਮ ਹੈ, ਮਲਕੀਤ ਰੌਣੀ ਸਰ ਨੇ, ਔਰ 8 ਡਾਕਟਰਸ ਫਰੋਮ ਵੇਰੀਅਸ ਹਸਪੀਟਲਸ around the city, they have agreed to talk about it because ਉਹ ਵੀ ਤਾਂ daily basis ਤੇ ਵੇਖਦੇ ਹੈਗੇ ਆ। So I have today Dr. Jitendra, he's from PGI and he's an eye specialist. Then we have some donors and recipients here. ਸਾਡੇ alumni ਵੀ ਹੈਗੇ ਨੇ, ਉਹ ਵੀ ਇੱਥੇ ਅੱਜ ਗੱਲ ਕਰੋਗੇ ਕਿਉਂਕਿ ਉਹਨਾਂ ਨੇ ਵੀ ਆਪਣੇ ਫਾਦਰ ਨੂੰ ਡੋਨੇਟ ਕੀਤਾ। ਸੋ ਐਵੇਂ ਜਦੋਂ ਆਪਾਂ ਗੱਲ ਕਰਦੇ ਹਾਂ ਕਿਸੇ ਨਾਲ, so it's very important to talk about it. ਆਪਾਂ ਹਜੇ ਕਨਵਰਸੇਸ਼ਨਸ ਵਿੱਚ ਪੈਂਦੇ ਹੀ ਨਹੀਂ, ਗੱਲ ਹੀ ਨਹੀਂ ਕਰਦੇ। ਸੋ ਅੱਜ ਜੋ ਵੀ ਲਾਂਚ ਹੈਗਾ ਸਾਡਾ, ਅੱਜ ਜਵਾਂਸ਼ ਅਸੀਂ ਕਮਿਊਨਿਟੀ ਬਣਾਇਆ ਜੀਵਨ ਦਾ ਅੰਸ਼, ਸਾਡਾ ਇੱਕ ਅੰਸ਼ ਕਿਸੇ ਦੀ ਹੋਰ ਦੀ ਜ਼ਿੰਦਗੀ ਬਣ ਸਕਦਾ ਹੈ। ਸੋ ਦਿਸ ਇਜ਼ ਆਵਰ ਮੋਟੋ ਐਂਡ ਵੀ ਜਸਟ ਹੋਪ ਕਿ ਅੱਜ ਦੀ ਡਿਸਕਸ਼ਨਸ ਤੋਂ ਬਾਅਦ, ਅੱਜ ਦੇ ਲਾਂਚ ਤੋਂ ਬਾਅਦ ਹੋਰ ਵੀ ਲੋਕੀ ਅੱਗੇ ਆਉਣ, ਜਾਗਰੂਕ ਹੋਣ ਐਂਡ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ। ਥੈਂਕ ਯੂ ਸੋ ਮਚ। ਅੱਜ ਮੈਂ ਪ੍ਰਾਊਡ ਫੀਲ ਕਰ ਰਹੀ ਹਾਂ ਅਤੇ ਮੈਨੂੰ ਮਾਣ ਵੀ ਮਹਿਸੂਸ ਹੋ ਰਿਹਾ ਕਿ ਆਪਾਂ ਇੱਕ ਵਰਲਡ ਔਰਗਨ ਡੋਨੇਸ਼ਨ ਡੇ 'ਤੇ ਸਾਰੇ ਇਕੱਠੇ ਹੋਏ ਹਾਂ। ਇਸ ਤੋਂ ਉੱਤਮ ਮੈਨੂੰ ਲੱਗਦਾ ਕੋਈ ਕੰਮ ਹੋ ਨਹੀਂ ਸਕਦਾ। ਕਈ ਵਾਰੀ ਤਾਂ ਅਸੀਂ ਘਰ ਦੇ ਵਿੱਚ ਬਲੱਡ ਦੇਣਾ ਹੋਵੇ, ਆਪਣੇ ਨੂੰ ਤਾਂ ਬਲੱਡ ਵੀ ਬਹੁਤ ਔਖਾ ਲੱਗਦਾ ਹੈ, ਅਸੀਂ ਦੂਸਰੇ ਤੋਂ ਮੰਗਣ ਜਾਂਦੇ ਹਾਂ ਜਦੋਂ ਕਿ ਅਸੀਂ ਆਪਣੇ ਉਸ ਰਿਸ਼ਤੇ ਨੂੰ ਬਹੁਤ ਪਿਆਰ ਕਰਦੇ ਹੁੰਦੇ ਹਾਂ। ਪਰ ਮੈਨੂੰ ਲੱਗਦਾ ਕਿ ਇਕੱਲਾ ਸ਼ਬਦਾਂ ਨਾਲ ਪਿਆਰ ਕਰਨਾ ਵੱਡੀ ਗੱਲ ਨਹੀਂ ਹੁੰਦੀ, ਅਸੀਂ ਉਹਦੇ ਲਈ ਕਰਦੇ ਕੀ ਹਾਂ, ਮੇਨ ਗੱਲ ਇਹ ਹੈ। ਅਤੇ ਕੋਈ ਕਿਸੇ ਵੀ ਧਰਮ ਨਾਲ ਰਿਲੇਟ ਹੋ ਸਕਦਾ, ਅਤੇ ਮੈਨੂੰ ਇਹ ਲੱਗਦਾ ਕਿ ਇਨਸਾਨੀਅਤ ਤੋਂ ਵੱਡਾ ਕੋਈ ਧਰਮ ਨਹੀਂ।
ਮੈਂ ਪ੍ਰਾਊਡ ਫੀਲ ਕਰਦੀ ਹਾਂ ਕਿ 2010 ਦੇ ਵਿੱਚ ਮੈਂ ਆਪਣੀ ਹੋਲ ਬਾਡੀ ਪੀਜੀਆਈ ਨੂੰ ਡੋਨੇਟ ਕੀਤੀ ਹੈ, ਤਾਂ ਕਿ ਮੇਰਾ ਕੋਈ ਵੀ ਅੰਗ ਜੇ ਕੰਮ ਆ ਸਕੇ ਤਾਂ ਮੈਨੂੰ ਇਹ ਲੱਗਦਾ ਕਿ ਮੇਰੀ ਜ਼ਿੰਦਗੀ ਸਫਲ ਹੋ ਜੂ। 3 ਜੂਨ ਇਸੇ 2026 ਨੂੰ ਮੇਰੇ ਜੀਵਨ ਸਾਥੀ ਸਰਦਾਰ ਸਵਰਨ ਸਿੰਘ ਭੰਗੂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਇੰਨੀ ਸੋਸ਼ਲ ਐਕਟੀਵਿਟੀਜ਼ ਦੇ ਨਾਲ ਨਾਲ ਸਾਡੇ ਮਨ 'ਚ ਇੱਕ ਦਿਨ ਆਇਆ 2010 'ਚ ਕਿ ਜਿੱਥੇ ਅਸੀਂ ਕੈਂਸਰ ਕੈਂਪ, ਬਲੱਡ ਕੈਂਪ, ਅੱਖਾਂ ਦਾਨ ਕੈਂਪ, ਇਹੋ ਜਿਹੇ ਕੈਂਪ ਅਸੀਂ ਲਾਉਂਦੇ ਹਾਂ ਚਮਕੌਰ ਸਾਹਿਬ ਦੇ ਇਲਾਕੇ ਦੇ ਵਿੱਚ, ਤੇ ਇੱਕ ਸੰਸਥਾ ਐਜੂਕੇਸ਼ਨ ਦੇ ਤੌਰ ਤੇ ਵੀ ਚਲਾ ਰਹੇ ਹਾਂ। ਬੱਚਿਆਂ ਨੂੰ ਵੀ ਅਸੀਂ ਮੋਟੀਵੇਟ ਕਰਦੇ ਹਾਂ, ਤੇ ਉੱਥੇ ਸਾਨੂੰ ਦੋਨਾਂ ਨੂੰ ਇਹ ਲੱਗਿਆ ਕਿ ਕਿਉਂ ਨਾ ਅਸੀਂ ਆਪਣੀ ਬੋਡੀ ਵੀ ਡੋਨੇਟ ਕਰ ਦਈਏ। ਸੋ ਅਸੀਂ ਪੀਜੀਆਈ ਦੇ ਵਿੱਚ ਜਾਂਦੇ ਹਾਂ ਜਾਂ ਕਿਸੇ ਵੀ ਹੋਰ ਇੰਸਟੀਚਿਊਟ 'ਚ ਜਿੱਥੇ ਅਸੀਂ ਬਿਮਾਰ ਹੁੰਦੇ ਹਾਂ ਜਾਂ ਸਾਨੂੰ ਲੋੜ ਪੈਂਦੀ ਹੈ, ਅਸੀਂ ਆਲੇ ਦੁਆਲੇ ਭੱਜਦੇ ਹਾਂ। ਤੇ ਜਿਵੇਂ ਮੈਮ ਨੇ ਕਿਹਾ ਕਿ ਕਿਉਂ ਨਾ ਅਸੀਂ ਆਪਣੇ ਤੋਂ ਸ਼ੁਰੂਆਤ ਕਰੀਏ। ਸੋ ਅੱਜ ਬਹੁਤ ਹੀ ਵਡਭਾਗਾ ਦਿਨ ਹੈ ਕਿ ਅਸੀਂ ਇਸ ਮੁੱਦੇ ਤੇ ਇਕੱਠੇ ਹੋਏ ਹਾਂ ਗੱਲਬਾਤ ਕਰਨ ਲਈ, ਤੇ ਜਿਹੜੀ ਅਵੇਅਰਨੈਸ ਹੈ ਫੈਲਣੀ ਚਾਹੀਦੀ ਹੈ, ਕਿਉਂਕਿ ਲੋਕਾਂ ਨੂੰ ਇੱਕ ਹਊਆ ਲੱਗਦਾ। ਮੈਨੂੰ ਇਹ ਲੱਗਦਾ ਕਿ ਸਭ ਤੋਂ ਪਹਿਲਾਂ ਆਪਣੇ ਆਪ ਤੋਂ ਸ਼ੁਰੂ ਕਰਨੀ ਚਾਹੀਦੀ ਹੈ, ਤੇ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦੀ ਹਾਂ। ਤੇ ਮੈਨੂੰ ਇਹ ਲੱਗਦਾ ਕਿ ਹਰ ਇਨਸਾਨ ਨੂੰ ਆਪਣੇ ਤੌਰ ਤੇ ਅਵੇਅਰ ਹੋਣਾ ਚਾਹੀਦਾ ਹੈ ਤੇ ਦੂਸਰਿਆਂ ਨੂੰ ਵੀ ਅਵੇਅਰ ਕਰਨਾ ਚਾਹੀਦਾ। ਥੈंक यू सो मच एवरीवन। मेरा सौभाग्य है कि मैं इस आई डोनेशन अवेयरनेस प्रोग्राम का एक हिस्सा बन पाया हूँ। बेसिकली इट्स अबाउट ऑर्गन डोनेशन अवेयरनेस, बट सिंस आई एम एन ऑप्थेल्मोलॉजिस्ट, आई सर्जन, तो मैं आँखों के डोनेशन के बारे में कुछ बातें बताना चाहता हूँ। तो बेसिकली क्या है कि जब हम जीवित रहते हैं, आई डोनेशन हमें उस टाइम प्लेज करनी होती है। लाइक वी हैव टू गिव ए प्लेज दैट आई आफ्टर आई डाई आई वांट टू डोनेट माय आइज़। तो इसके बारे में बहुत सारे लोगों का मिसकंसेप्शन ये है कि लोग सोचते हैं कि हमें अभी जिंदा जी ही आई डोनेशन करनी है, बट ऐसा नहीं होता है। यू हैव टू जस्ट गिव प्लेज इन a written form to the any of the eye bank, whether it is PGI or some other hospital. So and you have to declare your wish to your parents or your nearby, so that उन लोगों को पता रहे कि हमारे इस व्यक्ति की एक विश थी कि इसको डोनेट करना है। तो ये एक बहुत बड़ा मिसकंसेप्शन है। दूसरा ये है कि जब हमने एक प्लेज कर दी है और उसके बाद हमारे अगर रिलेटिव्स भी एग्री करते हैं तो ही तभी आई डोनेशन हो पाता है। अगर वो डिसएग्री कर जाते तो आई डोनेशन नहीं होगा, राइट। सो वो हमारे साथ सेम वाइब में होने चाहिए। फिर उनको जल्दी से जल्दी कॉल करनी होती है नियर बाई आई बैंक को, सो दैट कि वहाँ की आई डोनेशन टीम जल्दी से जल्दी वहाँ पे पहुँच के विद इन 6 आवर्स, जो गोल्डन टाइम विंडो है, उसमें आके आई डोनेशन की प्रक्रिया को पूरी कर लें। तो इससे फिर क्या है कि अगर हमारी आई की क्वालिटी अच्छी है, जो डोनेट हुई है वो एक निश्चित टाइम पीरियड में पहुंच गई है, और हम उसको फिर किसी पेशेंट को लगा के उसको फ़ायदा पहुंचा सकते हैं। और हमें पता ही है एक पेशेंट की लाइफ में आइज़ का क्या इंपॉर्टेंस है। विदाउट द आई साइट नोबडी कैन एंजॉय द लाइफ, नोबडी कैन परफॉर्म देयर ड्यूटीज़ ऑफ एनी काइंड, राइट। सो आई थिंक नेत्रदान एक महादान है, और एज अदर ऑर्गन्स इम्पोर्टेंट है, नेत्र भी उसमें बहुत इंपॉर्टेंस रखता है। तो मुझे लगता है कि सबको यंग एज में ही अपनी प्लेस तो कर देनी चाहिए। लाइक व्हेन आई वाज इन माय स्टूडेंट ईयर्स, आई वाज डूइंग माय एमबीबीएस, एट दैट टाइम ओनली आई गिवन प्लेस। 2005 में मैंने अपना प्लेस कर दिया था, और अभी तो उसके बाद ही मैं चलो आई स्पेशलिटी में अभी आ गया हूँ, तो मुझे और मौका मिल रहा है इस बारे में काम करने का। सो हमारी आई डोनेशन अवेयरनेस फोर्टनाइट भी है 25 सितंबर से 8 अगस्त के बीच में। लाइक 2 वीक्स होते हैं, लास्ट वीक ऑफ सितंबर एंड फर्स्ट वीक ऑफ अगस्त। इसमें हम और भी ज़्यादा आई डोनेशन अवेयरनेस के बारे में वी विल परफॉर्म डिफरेंट एक्टिविटीज़ इन द पीजीआई, outside PGI, around the Chandigarh, around the Tri-City, in collaboration with the Lions Bank. We will be doing a lot of activities. So if any one of you require our help in creating more awareness regarding eye donation, we will be happy to participate. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਮਲਕੀਤ ਰਾਉਣੀ ਹੈ, ਮੈਂ ਪੰਜਾਬੀ ਸਿਨੇਮੇ 'ਚ ਕੰਮ ਕਰਦਾ। ਸੋ ਮੈਂ ਅੱਜ ਦੇ ਇਸ CGC ਲੰਡਨ ਨੂੰ ਬਹੁਤ ਵਧਾਈ ਦਿੰਦਾ ਕਿ ਇਹਨਾਂ ਨੇ ਇੱਕ ਬੜੇ ਅਹਿਮ ਮੁੱਦੇ ਵੱਲ ਸਾਡੀ ਜਿਹੜੀ ਜਨਰੇਸ਼ਨ ਹੈ, ਨਿਊ ਜਨਰੇਸ਼ਨ ਹੈ, ਉਹਦੇ ਲਈ ਕੰਮ ਕਰਨ ਦੇ ਲਈ ਇੱਕ ਬੜਾ ਜੀਵਾਂਸ਼ ਨਾਂ ਦੀ ਜਿਹੜੀ ਇੱਕ ਨਵਾਂ ਉਪਰਾਲਾ ਕਰਨ ਜਾ ਰਹੇ ਨੇ। 2009 ਦੇ ਵਿੱਚ ਮੇਰੇ ਫਾਦਰ ਸਾਹਿਬ ਦੀ ਡੈਥ ਹੋਈ ਤੇ ਅਸੀਂ ਉਹਨਾਂ ਦੀ ਬੋਡੀ ਡੋਨੇਟ ਕੀਤੀ ਸੀ PGI ਨੇ। ਸਾਡੇ ਨਾ ਇਹ ਜਿਵੇਂ ਮੈਮ ਨੇ ਵੀ ਦੱਸਿਆ, ਭੁੱਲਰ ਡਾਕਟਰ ਸਾਹਿਬ ਨੇ ਦੱਸਿਆ ਕਿ ਅਸੀਂ ਉੱਥੇ ਰੋਪੜ ਡਿਸਟ੍ਰਿਕਟ ਦਾ ਚਮਕੌਰ ਸਾਹਿਬ ਇੱਕ ਕਸਬਾ ਹੈ, ਇਤਿਹਾਸਕ ਸ਼ਹਿਰ ਹੈ, ਉਹਦੇ ਨੇੜੇ ਅਸੀਂ ਕੰਮ ਕਰਦੇ ਹਾਂ, ਕਾਫੀ ਸਾਲਾਂ ਤੋਂ ਲਗਾਤਾਰ ਕੰਮ ਕਰ ਰਹੇ ਹਾਂ। ਉਹਦੇ ਵਿੱਚ ਇਹੋ ਜਿਹੀ ਅਵੇਅਰਨੈਸ ਅਸੀਂ ਲੋਕਾਂ ਦੇ ਵਿੱਚ ਫੈਲਾਉਂਦੇ ਹਾਂ। ਜਦੋਂ ਬਲੱਡ ਡੋਨੇਸ਼ਨ ਕੈਂਪ ਵੀ ਲਾਉਂਦੇ ਹਾਂ, ਆਈ ਡੋਨੇਟ ਕੈਂਪ ਵੀ ਲਾਉਂਦੇ ਹਾਂ, ਅਤੇ ਔਰਗਨ ਡੋਨੇਟ ਦੀ ਵੀ ਗੱਲ ਕਰਦੇ ਹਾਂ। ਸੋ ਮੈਂ ਸਮਝਦਾ, ਜਿਵੇਂ ਮੈਡਮ ਨੇ ਦੱਸਿਆ, ਕਿ ਇਹ ਨਾ ਇੱਕ ਬਹੁਤ ਵੱਡਾ ਸਾਡੇ ਲਈ, ਅਸੀਂ 2026 'ਚ ਅੱਜ ਬੈਠੇ ਹਾਂ ਜਿੱਥੇ ਦੁਨੀਆ ਨੇ ਇਹ ਤਰੱਕੀ ਕੀਤੀ ਹੈ ਕਿ ਚੰਦ 'ਤੇ ਚੜ੍ਹ ਕੇ ਦੂਜੇ ਪਾਸੇ ਉਤਰ ਗਈ।
ਪਰ ਸਾਨੂੰ ਹਜੇ ਬਲੱਡ ਡੋਨੇਸ਼ਨ ਵੀ ਇਦਾਂ ਲੱਗਦਾ ਹੈ ਕਿ ਬਹੁਤ ਵੱਡਾ ਕੰਮ ਕਰ ਰਹੇ ਹਾਂ ਅਸੀਂ। ਮਤਲਬ ਬਹੁਤ ਸਾਰੇ ਲੋਕ ਬਲੱਡ ਡੋਨੇਸ਼ਨ ਦੇ ਨਾਂ ਤੇ ਵੀ, ਸਾਡਾ ਕੋਈ ਰਿਸ਼ਤੇਦਾਰ ਪੀਜੀਆਈ 'ਚ ਹੁੰਦਾ ਹੈ, ਸਾਡਾ ਕੋਈ ਦੋਸਤ ਮਿੱਤਰ ਪੀਜੀਆਈ 'ਚ ਹੁੰਦਾ ਹੈ, ਸਾਨੂੰ ਇਹ ਲੱਗਦਾ ਕਿ ਉਹਦੇ ਵਾਸਤੇ ਬਲੱਡ ਵੀ ਕੋਈ ਹੋਰ ਡੋਨੇਟ ਕਰਕੇ ਜਾਵੇ, ਸਾਨੂੰ ਉਹਦੀ ਲੋੜ ਨਾ ਪਵੇ। ਸੋ ਇਹਦੇ ਲਈ ਬੜਾ ਅਵੇਅਰਨੈਸ ਦੀ ਜ਼ਰੂਰਤ ਹੈ, ਖਾਸ ਕਰਕੇ ਜਿਵੇਂ ਅੱਜ ACS ਕਾਲਜ 'ਚ ਬੈਠੇ ਹਾਂ, ਇਸ ਕੈਂਪਸ 'ਚ ਬੈਠੇ ਹਾਂ। ਸੋ ਮੈਨੂੰ ਲੱਗਦਾ ਕਿ ਕੈਂਪਸ ਦੇ ਵਿੱਚ ਜਿਹੜੇ ਨੌਜਵਾਨ ਬੱਚੇ ਨੇ ਉਹਨਾਂ ਨੂੰ ਅਸੀਂ ਅਵੇਅਰ ਕਰਨਾ ਸਾਡੀ ਇੱਕ ਡਿਊਟੀ ਹੈ, ਸਾਡਾ ਫਰਜ਼ ਬਣਦਾ, ਕਿਉਂਕਿ ਬਹੁਤ ਸਾਰੇ ਆਰਗਨ ਸਾਡੀ ਬੋਡੀ ਦੇ ਇਹੋ ਜਿਹੇ ਨੇ ਜਿਹੜੇ ਕਿਤੋਂ ਸਾਨੂੰ ਨਹੀਂ ਮਿਲ ਸਕਦੇ, ਜਿਹੜੇ ਕਿਸੇ ਫੈਕਟਰੀ 'ਚ ਨਹੀਂ ਬਣ ਸਕਦੇ, ਜਿਹੜੇ ਕਿਤੇ ਨਹੀਂ ਜਾ ਸਕਦੇ। ਸੋ PGI 'ਚ ਹੁਣੇ 4 ਜੂਨ ਨੂੰ ਸਵਰਨ ਸਿੰਘ ਭੰਗੂ ਮੈਡਮ ਦੇ ਹਸਬੈਂਡ ਨੇ ਉਹ ਉਸ ਇਲਾਕੇ ਦੇ ਵਿੱਚ ਇੱਕ ਐਜ ਏ ਸਿੱਖਿਆ ਤੇ ਸ਼ਾਸਤਰੀ ਸਿੱਖਿਆ ਚਿੰਤਕ ਦੇ ਤੌਰ ਤੇ ਕੰਮ ਕਰਦੇ ਨੇ ਲੰਬੇ ਸਮੇਂ ਤੋਂ। ਜਿਹੜੇ ਬੱਚਿਆਂ ਕੋਲੇ ਕੋਈ ਸਾਧਨ ਨਹੀਂ, ਆਰਥਿਕ ਸਾਧਨ ਨਹੀਂ ਪੜ੍ਹਾਈ ਦੇ, ਉਹਨਾਂ ਨੂੰ ਫ੍ਰੀ ਆਫ ਕਾਸਟ ਪੜ੍ਹਾਉਂਦੇ ਸੀਗੇ। ਅੱਜ ਵੀ 200 ਬੱਚਿਆਂ ਨੂੰ ਫ੍ਰੀ ਪੜ੍ਹਾਉਂਦੇ ਨੇ। ਸਾਡੇ ਕੋਲੇ ਇੱਕ ਇਹੋ ਜਿਹੀ ਸੰਸਥਾ ਚੱਲਦੀ ਹੈ ਉਸ ਇਲਾਕੇ ਦੇ ਵਿੱਚ। ਸੋ ਜਦੋਂ ਉਹ ਚਲੇ ਗਏ, ਉਹਨਾਂ ਨੇ 2010 ਦੇ ਵਿੱਚ ਆਪਣੀ ਬਿੱਲ ਲਿਖੀ ਸੀਗੀ ਤੇ ਮੈਡਮ ਨੇ ਦੋਨਾਂ ਨੇ ਇਕੱਠੇ ਰਲ ਕੇ ਕਿ ਅਸੀਂ PGI ਨੂੰ ਬੋਡੀ ਡੋਨੇਟ ਕਰਨੀ ਹੈ। ਮੈਂ ਇਹ ਗੱਲ ਤੁਹਾਨੂੰ ਤਾਂ ਸੁਣਾ ਰਿਹਾ ਕਿ ਜਿਸ ਦਿਨ ਉਹ 4 ਜੂਨ ਨੂੰ ਸਾਡੇ ਕੋਲੇ ਗਏ 2 ਮਹੀਨੇ ਪਹਿਲਾਂ, ਤਾਂ ਅਸੀਂ ਜਦੋਂ ਬੋਡੀ ਲੈ ਕੇ PGI ਪਹੁੰਚੇ, ਜਿਹੜੇ ਡਾਕਟਰ ਸਾਹਿਬ ਉੱਥੇ ਉਸ ਡਿਪਾਰਟਮੈਂਟ ਦੇ ਹੈੱਡ ਸੀਗੇ, ਉਹਨਾਂ ਨੂੰ ਅਸੀਂ ਗੱਲਬਾਤ ਕੀਤੀ, ਉਹਨਾਂ ਨੇ ਐਪਰੀਸ਼ੀਏਟ ਕੀਤਾ। ਮੈਨੂੰ ਦੱਸਿਆ ਕਿ ਅਸੀਂ ਫੈਮਿਲੀ, ਜਿਵੇਂ ਡਾਕਟਰ ਸਾਹਿਬ ਨੇ ਜਾਣਕਾਰੀ ਦਿੱਤੀ ਕਿ ਬੰਦਾ ਜਾਣ ਵਾਲਾ ਚਲੇ ਜਾਂਦਾ ਹੈ, ਜਿਹੜੀ ਪਿੱਛੇ ਫੈਮਿਲੀ ਬਚੀ ਹੈ ਉਹ ਅਵੇਅਰ ਹੋਣੀ ਜ਼ਰੂਰੀ ਹੈ। ਬਹੁਤੀ ਵਾਰ ਉਹ ਇਹ ਕਲੇਸ਼ ਪਾ ਕੇ ਬਹਿ ਜਾਂਦੇ ਨੇ ਕਿ ਅਸੀਂ ਆਪਣਾ ਬੰਦਾ ਨਹੀਂ ਡੋਨੇਟ ਕਰਨਾ ਹੈਗਾ, ਸਾਡਾ ਬੰਦਾ ਸਾਨੂੰ ਬਹੁਤ ਪਿਆਰਾ, ਸਾਨੂੰ ਬੋਡੀ ਬਹੁਤ ਪਿਆਰੇ, ਆਪਾਂ ਸਾਰੇ ਹੁੰਦੇ ਨੇ, ਸਭ ਕਿਸੇ ਨੂੰ ਆਪਣਾ ਸਾਥੀ ਜਾਂ ਆਪਣਾ ਰਿਸ਼ਤੇਦਾਰ ਪਿਆਰਾ ਹੁੰਦਾ, ਪਰ ਉਹ ਅਮਰ ਹੋ ਜਾਂਦਾ ਜੇ ਤੁਸੀਂ ਉਹਨੂੰ ਕੋਈ ਬੋਡੀ ਡੋਨੇਟ ਕਰਦਾ ਹੈ। ਉਹ ਖੋਜ ਕਾਰਜਾਂ ਲਈ ਬੋਡੀ ਜਾਂਦੀ ਹੈ, ਉਹਦੇ ਆਰਗਨ ਡੋਨੇਟ ਹੁੰਦੇ ਨੇ। ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਜਿਹੜਾ ਆਈਸ ਹੈ ਸਭ ਤੋਂ ਪਹਿਲਾਂ ਡੋਨੇਟ ਕਰਨੀਆਂ ਪੈਂਦੀਆਂ ਨੇ, ਪਹਿਲੇ 4 ਘੰਟਿਆਂ ਦੇ ਵਿੱਚ ਆਈਸ ਡੋਨੇਟ ਕਰਨਾ ਬਹੁਤ ਜ਼ਰੂਰੀ ਹੁੰਦਾ, ਬਾਕੀ ਆਰਗਨ ਬਾਅਦ ਡੋਨੇਟ ਹੁੰਦੇ ਨੇ। ਸੋ ਮੈਂ ਸਮਝਦਾ ਕਿ ਜਦੋਂ ਅਸੀਂ ਉਹਨਾਂ ਦੀ ਬੋਡੀ ਲੈ ਕੇ ਉੱਥੇ ਗਏ, ਉਸ ਦਿਨ ਅਸੀਂ ਲਗਭਗ 200 ਲੋਕ ਸੀਗੇ, ਕਿਉਂਕਿ ਵੱਡਾ ਕਾਫਲਾ ਸੀ ਉਹਨਾਂ ਦਾ, ਵੱਡੇ ਜਾਣ ਪਛਾਣ ਵਾਲੇ ਲੋਕ ਸੀਗੇ। ਤਾਂ ਅਸੀਂ ਹੈੱਡ ਆਫ ਦੀ ਡਿਪਾਰਟਮੈਂਟ PGI ਦੇ ਵਿੱਚ ਉਹਨਾਂ ਨੂੰ ਮਿਲੇ। ਅਸੀਂ ਉਹਨਾਂ ਨੂੰ ਪੁੱਛਿਆ ਕਿ ਡਾਕਟਰ ਸਾਹਿਬ ਇਹ ਕੀ ਪ੍ਰੋਸੈਸ ਹੁੰਦਾ ਹੈ, ਹਾਲਾਂਕਿ ਅਸੀਂ ਲੰਬੇ ਸਮੇਂ ਤੋਂ ਇਸ ਪ੍ਰੋਸੈਸ ਨਾਲ ਜੁੜੇ ਹੋਏ ਹਾਂ। ਤਾਂ ਡਾਕਟਰ ਸਾਹਿਬ ਨੇ ਮੈਨੂੰ ਬੜੀ ਮਾਯੂਸੀ ਦੇ ਨਾਲ ਇਹ ਗੱਲ ਦੱਸੀ, ਜਿੰਨੇ ਅਸੀਂ 5-7 ਬੰਦੇ ਬੈਠੇ ਸੀ, ਕਹਿੰਦੇ ਸਾਡੇ ਕੋਲੇ PGI 'ਚ ਬਹੁਤ ਜ਼ੋਰ ਲਾ ਕੇ 20 ਬੋਡੀਜ਼ ਡੋਨੇਟ ਹੁੰਦੀਆਂ 1 ਸਾਲ ਦੇ ਵਿੱਚ। ਮਤਲਬ ਅੱਜ PGI ਚੰਡੀਗੜ੍ਹ ਜਿਹੜੀ ਇੱਕ ਜਗ੍ਹਾ ਹੈ, ਚੰਡੀਗੜ੍ਹ ਦਾ ਜਿਹੜਾ ਖੋਜ ਸੈਂਟਰ ਹੈ, ਉਹ ਪੂਰੀ ਦੁਨੀਆ ਦੇ ਵਿੱਚ ਉਹਦਾ ਨਾਂ ਹੈ। ਅਸੀਂ ਉਹ ਦੱਸ ਰਹੇ ਸੀ ਕਿ ਸਾਡੀ ਇੱਛਾ ਇਹ ਕਿ ਘੱਟੋ ਘੱਟ 200 ਬੋਡੀ ਡੋਨੇਟ ਹੋਣੀ ਚਾਹੀਦੀ 1 ਸਾਲ ਦੇ ਵਿੱਚ, ਤਾਂ ਕਿ ਅਸੀਂ ਬੱਚਿਆਂ ਨੂੰ ਉਹਦੇ 'ਤੇ ਖੋਜ ਕਾਰਜਾਂ ਲਈ ਭੇਜ ਸਕੀਏ। ਜਾਂ ਜਿਹੜੇ ਆਰਗਨ ਡੋਨੇਟ ਸਾਡੇ ਕੰਮ ਆਉਂਦੇ ਨੇ, ਉਹ ਆਰਗਨ ਦੇ ਲਈ ਜਿੰਨੇ ਅਸੀਂ ਲੋਕਾਂ ਨੂੰ ਆਰਗਨ ਦੇ ਪਾਉਂਦੇ ਹਾਂ, ਉਹ ਤੋਂ 10% ਵੱਧ ਲੋਕ ਲਾਈਨ 'ਚ ਲੱਗੇ ਖੜੇ ਹੁੰਦੇ ਨੇ, ਜਿਨ੍ਹਾਂ ਨੂੰ ਕਿਤੇ ਨਹੀਂ ਹੁੰਦਾ। ਪਰ ਮੈਂ ਇਹ ਗੱਲ ਦੀ ਇੱਕ ਤਸੱਲੀ ਪ੍ਰਗਟ ਕਰਦਾ ਕਿ ਸਾਊਥ ਸਟੇਟ ਦੇ ਵਿੱਚ ਸਾਡੇ ਨਾਲੋਂ ਵੱਧ ਆਰਗਨ ਡੋਨੇਟ ਹੁੰਦਾ ਹੈ। ਜਦੋਂ ਇਹ PGI ਵਰਗੇ ਜਿਹੜੇ ਸਾਰੇ ਸੈਂਟਰ ਨੇ, ਇਹ ਸੈਂਟਰ ਜਦੋਂ ਇੱਥੇ ਸਾਨੂੰ ਆਰਗਨ ਨਹੀਂ ਮਿਲਦੇ, ਤਾਂ ਇਹ ਡਾਕਟਰ ਸਾਹਿਬ ਨੂੰ, ਇਸ ਡਿਪਾਰਟਮੈਂਟ ਨੂੰ, ਉਸ ਬੰਦੇ ਨੂੰ ਭੇਜਣਾ ਪੈਂਦਾ ਕਿ ਤੁਸੀਂ ਹੈਦਰਾਬਾਦ ਜਾਓ, ਤੁਸੀਂ ਉਸ ਜਗ੍ਹਾ ਜਾਓ, ਤੁਸੀਂ ਉੱਥੇ ਜਾਓ। ਪਰ ਉੱਥੇ ਸਾਨੂੰ ਡੋਨਰ ਵੱਧ ਮਿਲਦੇ ਨੇ। ਇਹ ਗੱਲ ਦੀ ਸਰਚ ਇਹ ਦੱਸਦੀ ਹੈ ਕਿ ਉਹ ਲੋਕ ਸਾਡੇ ਨਾਲੋਂ ਜਦੋਂ ਵੱਧ ਐਜੂਕੇਟ ਨੇ, ਜਾਂ ਉਹ ਲੋਕ ਇਸ ਗੱਲ ਨੂੰ ਫੈਲਾਉਣ ਵਿੱਚ ਕਾਮਯਾਬ ਹੋ ਗਏ ਕਿ ਆਰਗਨ डोनेट दी वैल्यू की है। मेरा नाम डॉक्टर अमित शर्मा है। मैं फोर्टिस हॉस्पिटल में सीनियर कंसल्टेंट नेफ्रोलॉजिस्ट और ट्रांसप्लांट फिजिशियन हूँ। आज इस मौके पर मैं आपको यही कहना चाहता हूँ कि जीवांश के थ्रू हम लोगों में यही संदेश देना चाहते हैं कि जो ऑर्गन डोनेशन है या अंग दान है, इसके प्रति ज़्यादा से ज़्यादा जागरूकता फैले। ये बहुत ज़रूरी है लोगों को ये संदेश देना। बहुत बार ऐसा होता है कि हमारे पास लोगों को इस बारे में जानकारी नहीं होती। जब जानकारी नहीं होती तो कोई एक्शन नहीं ले पाते, और इसके थ्रू हम लोगों में ये जानकारी ही फैलाना चाहते हैं कि ऑर्गन डोनेशन बिल्कुल एक ऐसी चीज़ है जिसको लिए हमें खुद आगे आना चाहिए। हमें मुझे अगर पता है तो मुझे, मेरे साथ में जो मित्र हैं, मेरे फैमिली मेम्बर्स हैं, उन सबको इस बारे में जागरूक करना चाहिए। अगर मैं ये सोचूं कि मैं आज 20 लोगों को कुछ बता दूंगा और वो आगे अपने आप हो जाएगा, ऐसा नहीं होगा। सो जो भी व्यक्ति हमसे जुड़ते हैं, उनका भी आगे कर्तव्य बनता है कि आगे से आगे लोगों को इस बारे में बताएं, ऑर्गन डोनेशन के बारे में बताएं। हमारे देश में अगर हम बात करें तो हर साल तकरीबन 2.5 लाख लोगों को किडनी ट्रांसप्लांट की ज़रूरत है। तकरीबन 80,000 लोगों को हार्ट ट्रांसप्लांट की ज़रूरत है। इतने ही लोगों को लिवर ट्रांसप्लांट की ज़रूरत है। और अगर हम पूरे साल में बात करें तो शायद 20,000 के आसपास किडनी ट्रांसप्लांट होते हैं। तो इसका मतलब है कि हर साल एक अकेले किडनी के पेशेंट ही 2,30,000 ऐसे होते हैं जिनको ट्रांसप्लांट की ज़रूरत है। तो 5 साल में ये आंकड़ा कहाँ पहुँच जाएगा? अगर हम बात करें वेस्टर्न कंट्रीज़ और इंडिया में, सो इंडिया में ज़्यादातर जो ट्रांसप्लांट होते हैं वो लिविंग ट्रांसप्लांट होते हैं कि परिवार के कोई मेंबर्स किडनी दे रहे हैं या
लिवर का दान कर रहे हैं। वेस्टर्न कंट्रीज़ में बात करें तो 90% केसेस में ऑर्गन डोनेशन होती है डिसीज्ड ऑर्गन डोनेशन, यानी कि वो लोग जिनकी मृत्यु हो जाती है उसके बाद उनके अंग जो हैं उनका ट्रांसप्लांट होता है। और हमारे समाज में भी इसी बात की जागरूकता लाने की ज़रूरत है कि डेथ के बाद जो ऑर्गन हमारे किसी काम के नहीं हैं वो किसी और के काम आ सकते हैं, किसी अन्य व्यक्ति को कोई नया जीवन दे सकते हैं। ਪ੍ਰਵੀਨ ਕੁਮਾਰ ਰਤਨ ਚੰਡੀਗੜ੍ਹ ਪ੍ਰਸ਼ਾਸਨ ਚ ਇੰਜੀਨੀਅਰਿੰਗ ਡਿਪਾਰਟਮੈਂਟ ਦੇ ਵਿੱਚ ਕੰਮ ਕਰ ਰਹੇ ਹਾਂ ਬਤੌਰ ਸੀਨੀਅਰ ਅਕਾਊਂਟਸ ਆਫੀਸਰ। ਅੱਜ ਤੋਂ 15 ਸਾਲ ਪਹਿਲਾਂ ਮੈਂ ਲਿਵਰ ਦੀ ਪ੍ਰੋਬਲਮ ਨਾਲ ਸਟਰਗਲ ਕਰ ਰਿਹਾ ਸੀ ਤੇ ਮੇਰਾ ਇੱਕ ਇੱਕ ਦਿਨ ਜਿਹੜਾ ਹੈਗਾ ਬਹੁਤ ਹੀ ਮੁਸ਼ਕਿਲ ਨਾਲ ਨਿਕਲ ਰਿਹਾ ਸੀ। ਮੇਰੀ ਗਰਦਨ ਤੇ ਤਲਵਾਰ ਜਿੱਦਾਂ ਕਹਿੰਦੇ ਆ ਲਟਕਦੀ ਸੀ। ਮੌਤ ਜਿਹੜੀ ਹੈਗੀ ਉਹ ਬਹੁਤ ਡੇਲੀ, ਮਤਲਬ ਮੈਂ ਰੋਜ਼ ਮਰਦਾ ਸੀ। ਮੈਂ ਇਕੱਲਾ ਨਹੀਂ, ਮੇਰੀ ਫੈਮਿਲੀ ਵੀ ਮੇਰੇ ਨਾਲ ਰੋਜ਼ ਮਰਦੀ ਸੀ। ਮਤਲਬ ਤੁਸੀਂ ਇਹ ਕਹਿ ਲਓ ਕਿ ਮੈਂ ਬਿਲਕੁਲ ਬੈੱਡ ਤੇ ਸੀ, ਮੈਂ ਚੱਲ ਵੀ ਨਹੀਂ ਸੀ ਸਕਦਾ ਤੇ ਇਦਾਂ ਦੀ ਲਾਈਫ ਤੋਂ ਮੈਂ ਬਹੁਤ ਤੰਗ ਹੋ ਚੁੱਕਿਆ ਸੀ। ਤੇ ਜਦੋਂ ਮੈਡੀਕਲ ਸਾਇੰਸ ਦੀ ਮੈਂ ਗੱਲ ਕਰਦਾ ਤਾਂ ਡਾਕਟਰਸ ਨੇ ਵੀ ਇੱਕ ਤਰੀਕੇ ਹੱਥ ਖੜੇ ਕਰਤੇ ਸੀ ਵੀ ਜਿੰਨਾ ਅਸੀਂ ਮੈਡੀਸਨ ਦੇ ਰਾਹੀਂ ਤੁਹਾਨੂੰ ਟ੍ਰੀਟਮੈਂਟ ਦੇ ਸਕਦੇ ਹਾਂ ਉਹ ਅਸੀਂ ਦੇ ਦਿੱਤਾ। ਉਸ ਤੋਂ ਬਾਅਦ ਇਹਦਾ ਇੱਕੋ ਇਲਾਜ ਹੈ ਕਿ ਟ੍ਰਾਂਸਪਲਾਂਟ, ਕਿ ਤੁਹਾਨੂੰ ਕੋਈ ਅਗਰ ਤੁਹਾਡਾ ਜਿਹੜਾ ਲਿਵਰ ਹੈ ਉਹ ਟ੍ਰਾਂਸਪਲਾਂਟ ਅਗਰ ਕੋਈ ਲਿਵਰ ਡੋਨੇਟ ਕਰ ਦੇ ਤਾਂ ਤੁਹਾਡੀ ਜਾਨ ਬਚ ਸਕਦੀ ਹੈ। ਸੋ ਮੈਂ ਵੀ ਉਸ ਵੇਲੇ ਇਸ ਅੰਗਦਾਨ ਤੋਂ ਬਿਲਕੁਲ ਹੀ ਅਣਜਾਣ ਸੀ। ਹਾਲਾਂਕਿ ਚਲੋ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਉਹ ਕਹਿੰਦੇ ਆ ਨਾ ਜਿਹਨੂੰ ਜਦੋਂ ਰਾਹ ਪਿਆ ਜਾਣੀ ਹੈ ਜਾਂ ਵਾਹ ਪਿਆ ਜਾਣੀ ਹੈ, ਸਾਨੂੰ ਬਿਲਕੁਲ ਵੀ ਨਹੀਂ ਸੀ ਕੁਝ ਪਤਾ। ਬਟ ਅੱਜ ਅਗਰ ਮੈਂ ਕਹਾਂ, ਮੈਂ ਵਰਲਡ ਟ੍ਰਾਂਸਪਲਾਂਟ ਗੇਮਸ ਦੇ ਵਿੱਚ ਪਾਰਟੀਸਪੇਟ, ਮੈਂ ਔਰ ਮੇਰੇ ਵਾਈਫ ਨੇ ਪਾਰਟੀਸਪੇਟ ਕੀਤਾ। ਅਸੀਂ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ। ਅਸੀਂ 2019 ਚ 14 ਮੇਰੇ ਵਰਗੇ ਹੋਰ ਜਿਹੜੇ ਪੇਸ਼ੈਂਟ ਹੈ ਉਹ ਉਹਨਾਂ ਨੇ ਪਾਰਟੀਸਪੇਟ ਕੀਤਾ ਸੀ। ਯੂਕੇ ਦੇ ਵਿੱਚ ਇਹ ਗੇਮਸ ਹੋਈਆਂ ਸੀ। मेरा नाम रूपा अरोड़ा है। मैं एक लिविंग लीवर डोनर है। मैं चंडीगढ़ गवर्नमेंट मॉडल सीनियर सैकेंडरी स्कूल 37B ਵਿੱਚ ਇੱਕ ਟੀਚਰ ਦੇ ਤੌਰ ਤੇ ਕੰਮ ਕਰਦੀ ਹਾਂ। ਨਾਲ ਹੀ ਮੈਂ ਰੋਟਰੀ ਕਲੱਬ ਆਫ ਆਰਗਨ ਡੋਨੇਸ਼ਨ ਇੰਟਰਨੈਸ਼ਨਲ ਦੀ ਮੈਂਬਰ ਵੀ ਹਾਂ। ਸਭ ਤੋਂ ਪਹਿਲਾਂ ਮੈਂ CGC ਲਾਂਡਰਾ ਦਾ ਜੀਵਾਂਸ਼ ਕਮਿਊਨਿਟੀ ਦੀ ਲਾਂਚ ਦੇ ਪ੍ਰੋਗਰਾਮ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਨੂੰ ਐਜ਼ ਅ ਲਿਵਿੰਗ ਐਗਜ਼ਾਮਪਲ ਹੁੰਦੇ ਹੋਏ ਇੱਥੇ ਬੁਲਾਇਆ ਤੇ ਸਾਨੂੰ ਇਸ ਵਰਲਡ ਆਰਗਨ ਡੋਨੇਸ਼ਨ ਡੇ ਤੇ ਭਾਗ ਲੈਣ ਦਾ ਮੌਕਾ ਦਿੱਤਾ। ਸਨ 2011 ਵਿੱਚ ਮੇਰੇ ਹਸਬੈਂਡ ਨੂੰ ਮੈਂ ਆਪਣੇ ਲੀਵਰ ਦਾ 65% ਕੰਪਲੀਟ ਟ੍ਰਾਇਲ ਲੋਬ ਡੋਨੇਟ ਕੀਤਾ ਕਿਉਂਕਿ ਉਸ ਤੋਂ ਬਿਨਾਂ ਕੋਈ ਹੱਲ ਨਹੀਂ ਸੀ। ਡਾਕਟਰਸ ਦਾ ਸਿਰਫ ਇਹੀ ਕਹਿਣਾ ਸੀ ਕਿ ਅਗਰ ਉਹਨਾਂ ਦੀ ਜ਼ਿੰਦਗੀ ਬਚ ਸਕਦੀ ਹੈ ਤਾਂ ਉਹ ਲੀਵਰ ਟ੍ਰਾਂਸਪਲਾਂਟ ਦੇ ਥਰੂ ਹੀ ਬਚ ਸਕਦੀ ਹੈ, ਅਦਰਵਾਈਜ਼ ਉਹਨਾਂ ਦੀ ਲਾਈਫ ਸਿਰਫ 6 ਮੰਥ ਹੈ। ਤਾਂ ਮੇਰੇ ਸਾਹਮਣੇ ਉਹਨਾਂ ਦੀ ਲਾਈਫ ਬਚਾਉਣ ਤੋਂ ਇਲਾਵਾ ਹੋਰ ਕੋਈ ਹੱਲ ਨਹੀਂ ਸੀ। ਮੈਂ ਚਾਹੁੰਦੀ ਸੀ ਕਿ ਉਹ ਆਪਣੇ ਪਰਿਵਾਰ ਵਿੱਚ, ਆਪਣੇ ਬੱਚਿਆਂ ਵਿੱਚ, ਆਪਣੇ ਮਾਂ-ਬਾਪ ਲਈ ਹਮੇਸ਼ਾ ਠੀਕ ਠਾਕ ਤੰਦਰੁਸਤ ਰਹਿਣ। नमस्कार सबनू, मैं डॉक्टर मुकेश चावला, हेमेटोलॉजिस्ट, हेमाटो-ऑन्कोलॉजिस्ट और बोन मैरो ट्रांसप्लांट फिजिशियन, लिवासा हॉस्पिटल मोहाली। आज मेरे को डॉक्टर भुल्लर से इनविटेशन आया टू बी पार्ट ऑफ दिस जीवांश कम्युनिटी जो अवेयरनेस स्प्रेड कर रही है ऑर्गन डोनेशन एंड टिश्यू डोनेशन के लिए, जो एक बहुत इंपॉर्टेंट मुद्दा है हमारे इधर कम्युनिटी में, क्योंकि बहुत सारे ऐसे पेशेंट्स हैं जिनको ऑर्गन्स की ज़रूरत होती है। तो अवेयरनेस बहुत ज़रूरी है हमारी कम्युनिटी के लिए ताकि ज़्यादा से ज़्यादा लोग आके डोनेट कर सकें। मैं स्पेसिफिकली बात करना चाहता हूँ बोन मैरो या स्टेम सेल ट्रांसप्लांट के ऊपर। तो जो हमारी हेजिटेंसी है ऑर्गन डोनेशन को लेके, दिस इज़ टोटली डिफरेंट। थोड़ा सा बताऊँगा कि भाई हेमेटोलॉजी क्या होता है, क्योंकि ये ब्लड रिलेटेड डिसऑर्डर्स होते हैं। तो ब्लड रिलेटेड डिसऑर्डर्स में क्या होता है, अंदर से जो बोन मैरो होता है हमारा वही ख़राब हो जाता है या कैंसर बन जाता है या खून बनना बंद हो जाता है। तो उसमें कोई ना कोई प्राइमरी ब्लड डिसऑर्डर हो जाता है जिसका फाइनल ट्रीटमेंट कई बार बोन मैरो ट्रांसप्लांट होता है या स्टेम सेल ट्रांसप्लांट बोलते हैं उसको। तो बेसिकली ये एक सर्जरी नहीं है। फर्स्ट थिंग, इसमें कोई डोनेशन में सर्जरी नहीं होती है, ना कोई ऑर्गन निकलता है ना टिश्यू निकलता है। ये स्टेम सेल्स होते हैं, हमारे छोटे छोटे जो अंग होते हैं, टिश्यू सेल्स होते हैं, जो जैसे ब्लड के सेल्स होते हैं वो लिए जाते हैं। तो इसमें जो डोनर को होता है यूजुअली कोई सर्जरी नहीं होती है, ये एक तरह का ब्लड डोनेशन की तरह ही दिया जाता है। जैसे आप मानो जैसे हम प्लेटलेट डोनेट करते हैं या ब्लड डोनेट करते हैं, वैसे ही हमारे ब्लड में स्टेम सेल्स होते हैं जो बोन मैरो से बनते हैं। तो 90% ये ब्लड से लिए जाते हैं। तो इट इज़ लाइक जैसे प्लेटलेट डोनेशन का प्रोसीजर होता है वैसे ही स्टेम सेल डोनेशन का प्रोसीजर होता है। तो इसमें सर्जिकल नहीं होता। हार्डली 5-10% में हम बोन मैरो से करते हैं, जो एक हिप बोन से करते हैं, जो एक सर्जिकल प्रोसीजर है। तो इवन देन इट इज़ वेरी सेफ़, बहुत ज़्यादा सेफ़ है।